ਧਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਣੰਤ ਨ ਆਵੈ। ਰਵ ਸਸ किरण उधर सागर को, गंग तरंग अंत को पावै। रुद्र ध्यान ज्ञान सतगुर को, अब जन भल उन्हें जो गावै। भले अमरदास गुण तेरे, तेरी उपमा तोहे बन आवै। कहाँ बुद्ध प्रभ तुछ हमारी, बरन सकै महिमा जो तिहारी। हम ना सख्त कर सिफत तुम्हारी, आप लिहो तुम कथा सुधारी। सतगुरु दीन दुनिया के पातशाह, दसां पातशाहियां दे प्रकाश स्वरूप गुरता गद्दी ते विराजमान धन धन श्री गुरु ग्रंथ साहिब महाराज जीओ, सतगुरु गरीब नवाज गुरु हरकृष्ण साहिब महाराज जी के चरण छू प्राप्त अस्थान गुरुद्वारा बंगला साहिब विखे हर रोज की तरह आप जी गुरु दरबार विच गुरु चरणों विच पहुंचे हो। गुरबाणी कीर्तन आसा दी वार दा कीर्तन सरवण कीता। उपरंत भाई साहब जी ने आप जी नूं चल रही लड़ीवार गुरबाणी दी विचार विचों श्री राग विच तीजे पातशाह गुरु अमरदास पातशाह जी दे बचनां वचन सरवण करवाए हैं, जो कि हजूर दे अंग 33 और 34 से सुभाएमान हैं। गुरु अमरदास पातशाह जी ने अपने जीवन दे विच गुरु की सेवा करके वेखी है, प्रैक्टिकल किया है, और फिर उहदे विचों जो प्रकाश होया, जो ज्ञान प्राप्त होया, जो अवस्था बनी है, उसका फिर उस गुरु जोत के रूप दे विच इलाही बाणी का आप जी ने उच्चारण किया। जो शब्द आप जी ने सुनिया है, मुख्य तौर पर दो गल्लां इहदे विच, एक तां रहाओ की तुक दे विच है कि मन रे दूजा भाव चुकाए। ते रहाओ की तुक है ते शुरू हुंदा शब्द किरपा करे गुर पाईऐ हर नामों दे दृढ़ाए। दोवें गल्लां दा आपस विच बड़ा डूंगा संबंध है। नाम नूं दृढ़ करना, नाम नूं पक्का करना, ते वो पक्का तां हो सकता है जे मन की भावना एक पासे हो जाए। तां गुरु साहब ने कहा भी दूजा भाव चुकाए। दूजा भाव का मतलब की है कि जदों मन गुरु की गल नूं सुनदा भी है, समझदा भी है, अर्थ भी पढ़दा है, अर्थ भी सुनदा है और कथा कीर्तन भी करदा है, पर उसकी जिहड़े मन की तवज्जो है, जो मन का विश्वास है, वो गुरु ते नहीं हुंदा। उन्हां गल्लां ते गुरु के उपदेश के उत्ते वो पूरी तरह दृढ़ता दे नाल, पक्याई दे नाल कह लो
ਹਿਰਦੇ ਦੇ ਪੱਧਰ ਤੇ ਨਹੀਂ ਜੁੜਦਾ, ਦਿਮਾਗ ਦੇ ਪੱਧਰ ਤੇ ਜੁੜ ਜਾਂਦਾ ਹੈ। ਦਿਮਾਗ ਦੇ ਪੱਧਰ ਤੇ ਅਸੀਂ ਵੀ ਜੁੜ ਜਾਂਦੇ ਹਾਂ। ਸਾਡੇ ਕੋਲ ਅੱਜ ਤਾਂ ਹੁਣ ਪ੍ਰਬੰਧ ਹੋ ਗਿਆ, ਹੁਣ ਫੋਨ ਹੀ ਸਾਡੇ ਫੋਨਾਂ ਦੇ ਵਿੱਚ ਅਰਥ ਨੇ, ਅਸੀਂ ਟੈਸਟ ਕਰਦੇ ਰਹਿੰਦੇ ਹਾਂ ਵੀ ਅਰਥ ਕਿਹੜੇ ਨੇ ਕਿਹੜੇ ਨੇ। ਚੰਗੀ ਗੱਲ ਹੈ, ਇਹ ਦਿਮਾਗ ਦੀ ਖੋਜ ਹੈ, ਇਹ ਹਿਰਦੇ ਦੀ ਨਹੀਂ ਹੈ। ਹਿਰਦੇ ਤੱਕ ਸ਼ਬਦ ਸੁਣਨ ਨਾਲ ਜਾਏਗਾ। ਜਦੋਂ ਪਾਠ ਕਰਨਾ ਉਦੋਂ ਪੜ੍ਹੋ, ਉਦੋਂ ਅਰਥ ਸਮਝੋ, ਉਦੋਂ ਸਿੱਖੋ, ਸਾਰਾ ਕੁਝ ਚੰਗੀ ਗੱਲ ਹੈ। ਪਰ ਜਦੋਂ ਕੀਰਤਨ ਕਥਾ ਸੁਣਨੀ ਹੈ ਉਦੋਂ ਪੜ੍ਹਨ ਨਾਲ ਕੋਈ ਸੰਬੰਧ ਨਹੀਂ, ਉਦੋਂ ਸੰਬੰਧ ਸੁਣਨ ਦੇ ਨਾਲ। ਸੁਣਨ ਦੇ ਨਾਲ ਹੀ ਸੁਰਤੀ ਅੰਦਰ ਜਾਏਗੀ ਤੇ ਸੁਣਨ ਦੇ ਨਾਲ ਜਦੋਂ ਸੁਰਤੀ ਅੰਦਰ ਜਾਏਗੀ ਤੇ ਉਹ ਸ਼ਬਦ ਨੂੰ ਆਪਣੇ ਅੰਦਰੋਂ ਮਹਿਸੂਸ ਕਰੇਗੀ। ਪਰ ਜਦੋਂ ਅਸੀਂ ਕੁਝ ਬਾਹਰ ਵੇਖ ਰਹੇ ਹਾਂ, ਉਹ ਸਮਝਣ ਵਾਸਤੇ ਠੀਕ ਹੈ, ਵਿਚਾਰ ਵਾਸਤੇ ਠੀਕ ਹੈ, ਕਿਉਂਕਿ ਮਨ ਵੀ ਸਾਡਾ ਇੱਕ ਤਸੱਲੀ ਮੰਗਦਾ, ਇੱਕ ਪ੍ਰੂਫ ਮੰਗਦਾ, ਇੱਕ ਸਬੂਤ ਮੰਗਦਾ। ਪਰ ਨਾਮ ਨੇ ਦ੍ਰਿੜ ਕਿਸ ਤਲ ਤੇ ਅਸੀਂ ਧਰਮ ਕਮਾ ਰਹੇ, ਅਲੱਗ-ਅਲੱਗ ਲੇਵਲ ਨੇ, ਅਲੱਗ-ਅਲੱਗ ਤਲ ਨੇ। ਇੱਕ ਹੈ ਸਰੀਰ ਦੇ ਤਲ ਤੇ ਅਸੀਂ ਜਿਉਂਦੇ ਹਾਂ, ਇੱਥੋਂ ਸ਼ੁਰੂ ਕਰਨਾ। ਪਹਿਲਾ ਸਟੈਪ ਹੈ ਸਰੀਰ ਦੇ ਤੌਰ ਤੇ ਬਾਣਾ ਹੈ। ਸਰੀਰ ਦੇ ਤੌਰ ਤੇ ਗੁਰੂ ਦੀ ਸਿੱਖੀ ਹੈ, ਕੇਸ ਹੈ, ਦਸਤਾਰ, 5 ਕਕਾਰ ਹਨ। ਇਸ ਸਰੀਰ ਦਾ ਧਰਮ ਹੈ, ਸਰੀਰ ਦੀ ਸਿੱਖੀ ਹੈ। ਜਦੋਂ ਇਸ ਪੌੜੀ ਤੇ ਆਉਂਦਾ ਪਹਿਲਾਂ ਇਹਦੀ ਕਮਾਈ ਕਰਨੀ ਪੈਂਦੀ ਹੈ। ਜਦੋਂ ਇਹਦੀ ਕਮਾਈ ਇਹ ਕਲਾਸ ਪਾਸ ਕਰ ਲਏਗਾ ਫਿਰ ਜਾਏਗਾ ਸੋਚ ਮੰਡਲ ਦੇ ਵਿੱਚ ਧਰਮ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ। ਉੱਥੇ ਹੁਣ 2 ਤਰ੍ਹਾਂ ਦੇ ਲੋਕ ਆ ਅਸੀਂ। ਇੱਕ ਤਾਂ ਇਹ ਕਿ ਜਿਹੜੇ ਕੰਮ ਮੈਂ ਕਰ ਰਿਹਾ ਉਹ ਵਿੱਚੋਂ ਪੁਣ ਕੇ ਕੱਢ ਲੈ ਵੀ ਮੈਂ ਆਹ ਕੰਮ ਕਰ ਸਕਣਾ। ਗੁਰੂ ਸਾਹਿਬ ਨੇ ਭਾਵੇਂ ਆਹ ਕੰਮ ਕਿਹਾ ਪਰ ਮੈਂ ਇੰਨਾ ਕੁ ਕਰ ਸਕਣਾ। ਚੰਗੀ ਗੱਲ ਹੈ ਜਿੰਨੇ % ਕਰੇ, ਪਰ ਪੁਣ ਕੇ ਪੀਤਾ ਹੋਇਆ ਗਿਆਨ ਸਾਧ ਸੰਗਤ ਜੀ ਜੀਵਨ ਤੇ ਕੋਈ ਬਹੁਤਾ ਅਸਰ ਨਹੀਂ ਕਰਦਾ। ਪੁਣ ਕੇ ਪੀਤਾ ਹੋਇਆ ਦੁੱਧ ਵੀ ਸਰੀਰ ਦੇ ਉੱਤੇ ਕੋਈ ਤਾਕਤ ਨਹੀਂ ਲਿਆਉਂਦਾ। ਸਾਬਤ ਗਿਆਨ ਹੁਣ ਦਿਮਾਗ ਸੁਣਦਾ ਹੈ, ਮਨ ਸੁਣਦਾ ਹੈ ਤੇ ਉਹ ਵਿੱਚੋਂ ਛੱਡੀ ਜਾਂਦਾ, ਪਰੇ ਕਰ ਜਾਂਦਾ। ਨਹੀਂ ਇਹ ਗੱਲ, ਜਾਂ ਤਾਂ ਕਹਿੰਦਾ ਵੀ ਇਹ ਹੈ ਨਹੀਂ, ਜਾਂ ਕਹਿੰਦਾ ਇਹ ਮੈਂ ਕਰ ਹੀ ਨਹੀਂ ਸਕਦਾ, ਮੇਰੇ ਤੋਂ ਹੁੰਦਾ ਹੀ ਨਹੀਂ ਹੈ। ਇਹ ਦਿਮਾਗ ਦੀ ਸਾਰੀ ਘਾੜਤ ਹੈ। ਔਰ ਸਾਧ ਸੰਗਤ ਜੀ ਬੇਨਤੀ ਕਰਾਂ, ਧਾਰਮਿਕ ਦੁਨੀਆ ਦਾ 90% ਲੋਕ ਜਿਹੜੇ ਨੇ ਉਹ ਦਿਮਾਗ ਦੇ ਤਲ ਤੇ ਰੁਕੇ ਹੋਏ ਨੇ, ਦੂਜੀ ਪੌੜੀ ਤੇ ਬੈਠੇ ਹੋਏ ਨੇ, ਦੂਜੇ ਥਾਂ ਤੇ ਬੈਠੇ। ਬਸ ਸੋਚੀ ਜਾਣਗੇ ਔਰ ਵਿਚਾਰੀ ਜਾਣਗੇ ਔਰ ਪੜ੍ਹੀ ਜਾਣਗੇ ਔਰ ਸੁਣੀ ਜਾਣਗੇ। ਇਹ ਨਹੀਂ ਕਿ ਸੁਣਨਾ ਪੜ੍ਹਨਾ ਮਾੜਾ ਹੈ। ਬਾਣੀ ਤੇ ਮਹਾਰਾਜ ਕਹਿੰਦੇ ਪੜ੍ਹੋ ਤੇ ਸੁਣੋ, ਵਿਚਾਰੋ ਵੀ, ਇਸ ਨੂੰ ਵਿਚਾਰ ਵੀ ਕਰੋ, ਪਰ ਰੁਕਣਾ ਨਹੀਂ ਹੈ। ਕਿਉਂਕਿ ਜਿੱਥੇ ਵਿਚਾਰ ਚੱਲਦੇ ਉੱਥੇ ਆਨੰਦ ਨਹੀਂ ਆ ਸਕਦਾ। ਆਪਾਂ ਜਾਣਾ ਆਨੰਦ ਤੱਕ। ਜਿਵੇਂ 5 ਬਾਣੀਆਂ ਨਾ, ਪਹਿਲਾਂ ਜਪ ਤੋਂ ਗੱਲ ਸ਼ੁਰੂ ਹੁੰਦੀ ਹੈ, ਫਿਰ ਜਾਪ, ਫਿਰ ਅੰਮ੍ਰਿਤ ਸਵਈਏ, ਫਿਰ ਅਰਦਾਸ ਚੌਪਈ ਸਾਹਿਬ ਤੇ ਫਿਰ ਆਨੰਦ ਸਾਹਿਬ ਤੱਕ। ਮੰਜ਼ਿਲ ਸਾਡੀ ਆਨੰਦ ਹੈ। ਤਾਂ ਉਹ ਵਿਚਾਰ ਤੇ ਨਹੀਂ ਰੁਕਣਾ, ਵਿਚਾਰ ਤੋਂ ਅੱਗੇ ਛਲਾਂਗ ਲਾਉਣੀ ਹੈ, ਅੱਗੇ ਤੁਰਨਾ। ਗੁਰੂ ਦੀ ਕਿਰਪਾ ਦੇ ਨਾਲ ਨਾਮ ਦ੍ਰਿੜ ਹਿਰਦੇ ਦੇ ਵਿੱਚ ਕਰਾਉਣਾ ਹੈ। ਹਿਰਦੇ ਦੇ ਵਿੱਚ ਮਤਲਬ ਪਿਆਰ ਦੇ ਵਿੱਚ, ਵੈਸੇ ਨਹੀਂ ਕਰਨਾ ਦਿਮਾਗੀ ਤੌਰ ਤੇ ਸਿਰਫ। ਇਹ ਤਾਂ ਕਸਰਤ ਹੈ, ਇਹ ਤਾਂ ਪੰਡਤ ਵੀ ਕਰਦੇ ਸੀ, ਇਹ ਤਾਂ ਅੱਜ ਅਸੀਂ ਵੀ ਗਿਆਨੀ ਲੋਕ ਕਰਦੇ ਹਾਂ। ਪਰ ਸਾਡੇ ਜੀਵਨ ਦੇ ਵਿੱਚੋਂ ਜਦੋਂ ਅਸੀਂ ਵਰਤਾਵ ਵਿੱਚ ਆਉਂਦੇ ਹਾਂ ਤੇ ਜੋ ਅਸੀਂ ਬੋਲਦੇ ਹਾਂ ਮਾਈਕਾਂ ਦੇ ਵਿੱਚ, ਉਹ ਸਾਡੇ ਜੀਵਨ ਵਿੱਚੋਂ ਨਹੀਂ ਦਿਸਦਾ, ਨਹੀਂ ਝਲਕਦਾ। ਸਾਡੀ ਹੋਂਦ ਦੇ ਵਿੱਚੋਂ, ਸਾਡੀ ਸ਼ਖਸੀਅਤ ਦੇ ਵਿੱਚੋਂ, ਸਾਡੇ ਬਹਿਣ ਖਲੋਣ ਬੋਲਣ ਦੇ ਵਿੱਚੋਂ, ਸਾਡੇ ਗੱਲਬਾਤ ਦੇ ਵਿੱਚੋਂ ਜਾਂ ਵਰਤਾਵਿਆਂ ਦੇ ਵਿੱਚੋਂ ਸ਼ਬਦ ਪ੍ਰਗਟ ਨਹੀਂ ਹੁੰਦਾ, ਨਾਮ ਦਾ ਰਸ ਪ੍ਰਗਟ ਨਹੀਂ ਹੁੰਦਾ। ਤਾਂ ਇਹ ਆਦਮੀ ਜਿਹੜਾ ਦਿਮਾਗ ਤੇ ਰੁਕ ਗਿਆ, ਹੁਣ ਉੱਥੋਂ ਅੱਗੇ ਚੱਲਣਾ। ਕਮਾਈ ਕਰਦਾ ਕਰਦਾ ਗੁਰੂ ਕਾ ਸਿੱਖ ਹੁਣ ਦ੍ਰਿੜਤਾ ਤੇ ਆਏਗਾ। ਪਹਿਲੀ ਪੰਕਤੀ ਤੋਂ ਵਿਚਾਰ ਆਰੰਭ ਕਰਨੇ ਆ। ਮਹਾਰਾਜ ਗਰੀਬ ਨਵਾਜ
गुरु अमरदास सच्चे पातशाह जी फरमाउंदे हन, श्री राग महला तीजा। श्री राग ये पहला राग है गुरु ग्रंथ साहिब जी दे विच, और तीसरे पातशाह जोत ने, गुरु जोत ने तीजे घर दे विच, तीजे शरीर दे विच एक ज्ञान बख्शिश कीता है। महाराज गुरु अमरदास जी फरमाउंदे हन, किरपा करे गुर पाईऐ हर नामों दे दिरड़ाए। हुण एक हुंदा है गुरु नूं नमस्कार करनी, एक हुंदा गुरु नूं पा लेना। पा लेना हुण आपां किन्ने लोकां नूं मिलने आ? आपां हज़ारां लोकां नूं मिलने आ, पर संबंध कदों हुंदा है? जदों असीं किसे दे नाल निजी तौर ते जुड़ने। निजी तौर गुरु ग्रंथ साहिब पातशाह जी नूं आए नमस्कार कीती, एक कर्म है बड़ा वधिया। आपां गुरु दे अगे झुकने, आपां गुरु दीआं इन्नियां जिहड़ियां महाराज पातशाह दीआं बख्शिशां ने गुरु ग्रंथ साहिब जी दे विच झुकने, चंगी गल है, पूजा है। एक पहली पूजा, एक पहली पूजा है। पहला सिख सत्कार करता है, भेटा करता है, नमस्कार करता, परिक्रमा करता है, अरदास करता है, अपने जीवन की अरदास करता है। कोई लोड़ है संसार की, उसकी भी अरदास कर सकता है। पर हुण इत्थे फिर वही बेनती मैं करा भी, इत्थे फिर आके असीं रुक गए भी अपना काम सी जिहड़ा वो अरदास कीती, गुरु दे नाल निजी संपर्क करन दी कोशिश नहीं कीती। वो निजी संपर्क है कि शब्द के नाल जुड़ना पएगा, शब्द की कमाई करनी पएगी, अभ्यास करना पएगा, नाम जपना पएगा, नितनेम करना पएगा। वो साडा रोज का चाहिए है। नितनेम का मतलब यह होंदा है कि जो लगातार रवे, जिहदे विच नागा नहीं पैना चाहिए, जिहदे विच रुकावट नहीं आनी चाहिए। फिर वो हौली हौली की हुंदा है। कई बार असीं सोचते भी गुरु साहब ने 1430 अंग महाराज पातशाह दे उच्चारण किए, पर बाणियां 5 ही कईयां ने। वो महाराज ने सहज पाठ वास्ते अखंड पाठ साहब सुनो करो, ये वास्ते समझण वास्ते विचार वास्ते है। पर शब्द का एक विज्ञान हुंदा है, मन का एक हिस्सा अचेतन है, जिहड़ी चीज़ नूं वार वार सुनदा है वो अचेतन मन दे विच ही चली जांदी। जिन्हों वार वार सुनदा है, हौली हौली सुनी जाता है। ਜਿਹੜੀਆਂ 5 ਬਾਣੀਆਂ ਮੰਨ ਲਓ एक बंदे ने साध संगत जी इन्ने साल 5 ਬਾਣੀਆਂ पढ़िया, उन्हां विचों जपजी साहब भी लै ली। जपजी साहब 10 सालों तो पढ़ रहा है, किन्ने हज़ार वारी पढ़िया गया, इन्नी बारी मन नूं सुनाया गया जपजी साहब। तां अणचाहे भी, ना चाहुंदे होए भी उस जपजी साहब ने किसे ना किसे रूप दे विच मन दे विच अपनी थां बनाउणी है। पर थां तां बनाएगा जे इक्को ही बाणी रोज़ पढ़ी जाएगी। कई बार ये उत्ते असीं शंका करने भी वो ही रोज़ पढ़ी जानी है। इहदा सानू जे महाराज कृपा करन ते पता लगे, ये मनोविज्ञान है बड़ा वड्डा, मानसिक क्रिया है बड़ी वड्डी। जिहड़ी चीज़ नूं आपां बार बार सुनने आ, बार बार सुनने आ, वो हौली हौली अपनी डूंघाई बना के विच निशान पै जांदा है, मन दे विच थां बना लेंदा शब्द जिहड़ा है। तां ही महाराज कहंदे सेवा तेरे हुक्म पवै निशान, तो करो साहिब की सेवा। जिवें आपां उदाहरण लैने आ कि पत्थर ते भी इन्ना सख्त पत्थर है, वो खूह दा जिहड़ा मण है, जिहड़ा किनारा है, ਉਹਦੇ ਉੱਤੇ एक रस्सी बार बार जदों चलती है तो रस्सी भी निशान पा लेंदी, पर तां निशान पाएगी जे इक्को थां ते चलेगी, तां निशान पाएगी जे थां बदलते रहे फिर नहीं चलेगी। जे असी जमीन विचों पानी कढ़ना है 2 फुट एक थां ते पुट लिया, 4 एक थां ते 10 एक थां ते, ये तो दुविधा है। कदी किसी चीज़ वाल मन भज पैंदा है। ये गुरसिखां दे अभ्यासी जीवन में कई बार इस तरह होने लग पैंदा है, जे कोई जपजी साहब पढ़ता वो सोचता कि ठीक ना होवे मैं होर कोई पढ़ा, जे कोई सुखमणी साहब पढ़ता फिर कहता होर कर ला, फिर होर वो भजदा। इस तरह मन बार बार थां बदलदा है। ये एक माया का स्वरूप है जो मन नूं टिकण नहीं देंदा।
इसलिए महाराज ने कहा भी 5 बाणियां का पाठ ते सहज पाठ बाणी सुननी कीर्तन सुनना ਇਹਦੇ ਨਾਲ हौली हौली अंदर तब्दीली आनी शुरू हो जाएगी, अंदर बदलना शुरू हो जाएगा। पहला विचारां बदलणगियां फिर भावनावां बदलणगियां। आ 2 चीज़ां नूं ध्यान नाल सुनना। विचारां होर हुंदियां ने, भावनावां होर हुंदियां ने। विचारां वो हुंदियां ने जिथे असीं आप अंदरों नहीं भी करना चाहुंदे ते विचार उवें दे साडे विच असीं कर सकने आ, गल्लां असीं उवें दियां कर सकने आ। इहनूं विचारधारा कहंदे ने। धर्म कोई कल्ला विचारधारा नहीं हुंदा, विचारधारा ते सारे लोग कर लैंदे। जदों भावना दे तल ते जांदा ना, हिरदे दे तल ते नाम जांदा है, ਉਹਦਾ मतलब है कि उस थां ते जदों नाम वस जाए, वो हिरदा किथे है? महाराज ने फिर समझाउण वास्ते कहा भी हिरदे दी तैनूं दस पावां। सिद्धियां जिहियां गल्लां कर दित्तियां, बिल्कुल सिद्धियां, पता लग जाए आम बंदे नूं हिरदे दे विच नाम किवें वसेगा। और गुरु साहब ने यह भी गल कही है कि जिन्हां दे हिरदे विच नाम नहीं वसिया, उन्हां दी मां नूं जिहड़ी एक रोग हुंदा है बांझ पुणे दा, कि बच्चा पैदा नहीं हुंदा, ਉਹਦੀ मां बांझ हुंदी तां चंगी गल सी, ਉਹ जम्मदा ही ना। जिन हर हिरदे नाम ना वस्यू, तिन मात कीचै हर बांझा। तिन सुनी दे फिरै बिन नावै, ओए खप खप मूए करांझा। हुण हिरदे किते, हिरदा किथे है? दिमाग विच ते वसा लांगे धक्के नाल, नहीं भी याद आउंदा, एक तुक नूं रटी जांगे वो स्टोर सिस्टम दे विच जमा हो जाएगा। ज़्यादा धार्मिक लोग दिमाग दे स्टोर दे विच बैठे उत्थे तुली जांदे ने, फलाना की कहंदा, फलाना की कहंदा, मैं उहदी कथा सुनी, मैं उहदी सुनी, मैं उहदी सुनी। अपनी भी सुनो, कुछ तुहाडे अंदर भी कोई कथा हो रही है। कभी अपने अंदर भी जाके वेखो। ये बाहरों ते तां सुननी सी कि अंदरों अंदरली जिन्नू महाराज कहंदे अकथ कहानी, जो कथी नहीं जा सकती, जो कहण विच नहीं आउंदी, एडा वड्डा आनंद है मनुख दे शरीर दे विच। वो अंदर भी कदी जाना सी, बस पत्रकार बन गए, गल्लां इकट्ठियां कीतियां, इत्थों सुनियां, उत्थे सुनातियां, उत्थों सुनियां, अगे सुनातियां, फिर पुछदे रहे, हर एक नूं पुछिया गुरु नानक देव जी के नानके किथे सन, गुरु हरगोबिंद साहब जी के मतलब फलाना रिश्तेदार, ਉਹਦਾ की नाम सी। ਇੱਥੇ बहुत सारे लोग मैं गुरुद्वारियां दे विच फसे वेखे। सतगुरु किरपा करन अगे तुरीए। हुण हिरदा किथे है जिथे नाम दृढ़ होना, पक्का निकलदा नहीं, लगातार पक्का वस जांदा है, उथों कढ़िया नहीं जा सकता नाम। भावें ਉਹਦੇ आरे नाल चीर दिओ भाई मती दास जी नूं, ਉਹਦਾ नाम नहीं विचों कढ़िया जा सकता। हर रंग ना लहै सुभागा, वो नहीं लैंदा अंदरों, वो फिर हिरदा है किथे है? वैसे युग मत के अनुसार उस शरीर के नाप तोल के मुताबक हिरदे का जिहड़े सियाणे विद्वान सी उन्होंने कहा हिरदा मनुख की छाती की जड़ विच हुंदा है। ये गल मन्नी गई है और ये तजर्बे दे विचों भी निकलती है। मैं आप जी नूं एक बेनती करदे हां, तुसीं आम ही वेख्या होना है पुराने समय दे विच जदों, हुण तां ओह खत्म हो गया, पिंडां दे विच असीं वहिंदे सी कि जदों एक मित्र दूजे नूं, एक रिश्तेदार दूजे नूं मिलदा सी ते हत्थ मिला के आपस विच ते दोवें अपनी छाती नूं लाउंदे सी। हत्थ मिला के छाती नूं लाउणा। मैं कई बार ये चीज़ वेखी भी जदों कोई वड्डे वडेरे आउंदे ने, वो अपने मिलते ने, हथ मिलाउंदे ने ते छाती नूं हथ लाउंदे ने। बड़ा चिर मैं सोचता रहा, मैं पुछया भी कईयां नूं, कोई गल पकड़ विच नहीं आई ना किसी। हौली हौली जदों गुरबाणी दे विच हिरदे दी गल चली ना, जिन्नूं हठ मजाहू हठ भी क्या एक बोली दे विच हिरदे, तो उदों पता लगा कि मनुख दा हिरदा मनुख दी छाती दी जड़ विच है।
ਉਹਦੇ ਕਈ ਸਬੂਤ ਮਿਲਦੇ ਨੇ। ਯਾਦ ਰੱਖੋ, ਜਦੋਂ ਇੱਕ ਮਾਂ ਆਪਣੇ ਬੱਚੇ ਦੇ ਪ੍ਰੇਮ ਵਿੱਚ ਆਉਂਦੀ ਹੈ, ਪ੍ਰੇਮ ਦੇ ਪ੍ਰੇਮ ਪ੍ਰਗਟ ਹੁੰਦਾ ਹੈ, ਤੇ ਉਹ ਮਾਂ ਆਪਣੇ ਬੱਚੇ ਨੂੰ ਮੱਥੇ ਨਾਲ ਤਾਂ ਲਾ ਲਏਗੀ, ਘੱਟ ਹੀ ਲਾਏਗੀ, ਹੋਰ ਕਿਸੇ ਸਰੀਰ ਦੇ ਅੰਗ ਤੇ ਘੱਟ ਲਾਏਗੀ, ਪਰ ਉਹਨੂੰ ਉਹਦਾ ਸਿਰ ਫੜ ਕੇ ਆਪਣੀ ਛਾਤੀ ਨਾਲ ਲਾਉਂਦੀ ਹੈ। ਉਹਦਾ ਕਾਰਨ ਵੀ ਪ੍ਰੇਮ ਉਪਜ ਰਿਹਾ ਉਹਦੇ ਵਿੱਚੋਂ, ਤੇ ਇੱਥੋਂ ਉਪਜ ਰਿਹਾ ਜਿੱਥੇ ਉਹ ਸਿਰ ਲਾ ਰਹੀ ਹੈ। ਜੇ ਕੋਈ ਹੱਥ ਮਿਲਾ ਕੇ ਆਪਣੀ ਛਾਤੀ ਨੂੰ ਲਾ ਰਿਹਾ ਤੇ ਇਸ ਤਰ੍ਹਾਂ ਸਮਝੋ ਕਿ ਉਹ ਇੱਕ ਦੂਜੇ ਨੂੰ ਕਹਿ ਰਿਹਾ ਹੈ ਕਿ ਮੈਂ ਤੈਨੂੰ ਆਪਣੇ ਹਿਰਦੇ ਤੋਂ ਪ੍ਰੇਮ ਕਰਨਾ, ਦਿਮਾਗ ਤੋਂ ਨਹੀਂ ਕਰਦਾ। ਨਹੀਂ ਤੇ ਦਿਮਾਗ ਨੂੰ ਲਾਉਂਦਾ ਇਸ ਤਰ੍ਹਾਂ, ਉਹ ਦਿਮਾਗ ਵਾਲਾ ਵੀ ਹੈ। ਅੱਜ ਜਦੋਂ ਸਲੂਟ ਮਾਰਦੇ ਨਾ ਇਸ ਤਰ੍ਹਾਂ ਮੱਥੇ ਨੂੰ ਲਾ ਕੇ, ਉਹਦਾ ਮਤਲਬ ਹੈ ਤੇਰੇ ਨਾਲ ਮੇਰਾ ਸੰਬੰਧ ਦਿਮਾਗ ਦਾ ਹੈ, ਮੈਂ ਨੌਕਰੀ ਕਰਦਾ, ਜੋ ਤੁਸੀਂ ਨਿਯਮ ਬਣਾਇਆ ਉਹਦੇ ਅਨੁਸਾਰ ਮੈਂ ਦਿਮਾਗ ਦੇ ਤਲ ਤੇ ਨੌਕਰੀ ਕਰ ਰਿਹਾ, ਹਿਰਦੇ ਦਾ ਸੰਬੰਧ ਇਹਦੇ ਨਾਲ ਨਹੀਂ ਹੈ। ਤਾਂ ਉਸ ਹਿਰਦੇ ਦੇ ਵਿੱਚ ਜਦੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਿੱਖ ਕਮਾਈ ਕਰਦਾ ਜਾਂਦਾ, ਸਿਮਰਨ ਕਰਦਾ, ਅੰਮ੍ਰਿਤ ਵੇਲੇ ਜਾਗਦਾ ਹੈ, ਨਿਤਨੇਮ ਧਿਆਨ ਨਾਲ ਕਰਦਾ, ਗੁਰੂ ਤੇ ਭਰੋਸਾ ਰੱਖ ਕੇ, 10 ਪਾਤਸ਼ਾਹਾਂ ਤੇ ਭਰੋਸਾ ਰੱਖ ਕੇ ਸੇਵਾ ਕਰੀ ਚੱਲੇ, ਸੇਵਾ ਸਿਮਰਨ ਕਰੀ ਚੱਲੇ, ਗੁਰੂ ਦੇ ਹੁਕਮ ਨੂੰ ਮੰਨਣ ਦੀ ਕੋਸ਼ਿਸ਼ ਕਰੇ। ਅਜੇ ਪਹਿਲਾ ਪੜਾਅ ਹੈ, ਪਹਿਲੀ ਕਲਾਸ ਹੈ। ਕੋਈ ਹੁਕਮ ਮੰਨਿਆ ਜਾਂਦਾ ਤੇ ਕੋਈ ਰਹਿ ਜਾਂਦਾ, ਤੇ ਕਿਤੇ ਅੱਗੇ ਚਲਾ ਜਾਂਦਾ, ਕਿਤੇ ਤਿਲਕ ਜਾਂਦਾ, ਕਿਤੇ ਫਿਰ ਤੁਰ ਪੈਂਦਾ ਉੱਠ ਕੇ। ਇਹ ਤਿਲਕਣ ਤੇ ਉੱਠਣ ਦੀ ਇੱਕ ਸਥਿਤੀ ਹੈ ਜਦੋਂ ਪਹਿਲਾਂ ਆਪਾਂ ਧਰਮ ਦੇ ਵਿੱਚ ਇੰਟਰ ਕਰਾਂਗੇ, ਕਿਉਂਕਿ ਉੱਚੇ ਥਾਂ ਤੇ ਚੜ੍ਹਨਾ ਹੁਣ ਕਿਸੇ ਉਹਦੇ ਵਾਸਤੇ ਮਿਹਨਤ ਚਾਹੀਦੀ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਇਹ ਵੱਡਾ ਉੱਚਾ ਹੋਵੇ ਕੋਈ, ਜਿਸ ਉੱਚੇ ਕੋ ਜਾਣੇ ਸੋ। ਤਾਂ ਉਹ ਜਦੋਂ ਇਸ ਤਰ੍ਹਾਂ ਮਿਹਨਤ ਕਰਦਾ ਤਾਂ ਕਈ ਵਾਰੀ ਉੱਠਦਾ ਡਿੱਗਦਾ, ਕਦੀ ਵਿਸ਼ਵਾਸ ਜਾਗਦਾ, ਕਦੀ ਘਟਦਾ, ਕਦੀ ਵੱਧਦਾ, ਇਸ ਤਰ੍ਹਾਂ ਅਪ ਡਾਊਨ ਕਰਦੀ ਹੈ ਲਾਈਫ ਜਿਹੜੀ ਉਹ, ਇਸ ਤਰ੍ਹਾਂ ਹਿਲਜੁਲ ਕਰਦੀ ਹੈ। ਇਹ ਵੀ ਇੱਕ ਕਲਾਸ ਹੈ, ਇਹ ਵੀ ਇੱਕ ਮਸ਼ੱਕਤ ਹੈ। ਜਦੋਂ ਕਰਦਿਆਂ ਇਸ ਤਰ੍ਹਾਂ ਸੇਵਾ, ਇਹਨੂੰ ਮਹਾਰਾਜ ਨੇ ਕਿਹਾ ਕਿ ਵਕਤ ਹੈ ਉੱਪਰ ਲੜ ਮੂਏ। ਜਿਹੜੇ ਸੂਰਮੇ ਨੇ ਨਾ, ਉਹ ਜਦੋਂ ਮੈਦਾਨ ਵਿੱਚ ਗੱਜਦੇ ਨੇ ਫਿਰ ਥੋੜਿਆਂ ਬਹੁਤਿਆਂ ਦੀ ਪਰਵਾਹ ਨਹੀਂ ਕਰਦੇ। ਇਸੇ ਤਰ੍ਹਾਂ ਧਰਮ ਦੇ ਮਾਰਗ ਤੇ ਜਦੋਂ ਕੋਈ ਤੁਰਦਾ ਤੇ ਸੂਰਮਿਆਂ ਵਾਂਗੂ ਫਿਰ ਉਹ ਅੱਗੇ ਵੱਧਦਾ ਹੈ, ਆਪਣਾ ਸਿਰ ਗੁਰੂ ਨੂੰ ਸੌਂਪਣ ਦੀ ਕੋਸ਼ਿਸ਼ ਕਰਦਾ ਹੈ, ਗੁਰੂ ਦਾ ਹੁਕਮ ਮੰਨਣ ਦੀ ਕੋਸ਼ਿਸ਼ ਕਰਦਾ ਹੈ। ਤੇ ਜਦੋਂ ਗੁਰੂ ਸਾਹਮਣੇ ਆਉਂਦੇ ਤੇ ਫਿਰ ਮਹਾਰਾਜ ਦੇਖਦੇ, ਮਹਾਰਾਜ ਉਹਦੀ ਸਾਰੀ ਦੇਖਭਾਲ ਕਰ ਰਹੇ ਹੁੰਦੇ ਨੇ, ਸਾਨੂੰ ਪਤਾ ਨਹੀਂ ਲੱਗਦਾ। ਸਾਧ ਸੰਗਤ ਜੀ, ਅੱਜ ਵੀ ਸਾਡੀ ਗੁਰੂ ਸਾਹਿਬ ਦੇਖਭਾਲ ਕਰ ਰਹੇ ਨੇ। ਜਿੱਥੇ ਜਿੱਥੇ ਅਸੀਂ ਥੋੜਾ ਜਾਂ ਬਹੁਤਾ ਸਿੱਖੀ ਕਮਾਉਣ ਬਾਰੇ ਕੰਮ ਕਰ ਰਹੇ ਹਾਂ, ਪਰ ਹੌਲੀ ਹੌਲੀ ਕਰਦਿਆਂ ਫਿਰ ਇੱਕ ਦਿਨ ਉਹਦੇ ਅੰਦਰੋਂ ਗੁਰੂ ਗਿਆਨ ਪ੍ਰਗਟ ਹੋ ਕੇ ਦੱਸਦਾ ਹੈ। ਉਹ ਕਹਿੰਦਾ, ਗੁਰੂ ਕੇ ਸਿਖਾ ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇਣ ਦਾ ਮਤਲਬ ਇੱਕ ਤਾਂ ਹੈ ਕਿਤੇ ਬੁਰਾਈ ਦੇ ਨਾਲ ਲੜਦਿਆਂ ਗੁਰੂ ਸਾਹਿਬ ਨੇ ਸ਼ਹਾਦਤ ਦਾ ਮਾਰਗ ਦੱਸਿਆ, ਪਰ ਇੱਕ ਹੈ ਜਿੰਦਾ ਸ਼ਹੀਦ। ਵੈਸੇ ਸ਼ਹੀਦ ਹੁੰਦਾ ਹੀ ਜਿੰਦਾ ਹੈ। ਸ਼ਹੀਦ ਸ਼ਬਦ ਦੇ ਨਾਲ ਜਿੰਦਾ ਹੀ ਲੱਗਦਾ ਹੈ, ਭਾਵੇਂ ਉਹ ਸਰੀਰ ਦੇ ਵਿੱਚ ਹੋਵੇ ਤੇ ਭਾਵੇਂ ਉਹ ਸਰੀਰ ਛੱਡਦਾ ਫਿਰ ਵੀ ਜਿੰਦਾ ਹੈ। ਸ਼ਹੀਦ ਦਾ ਮਤਲਬ ਵੀ ਹੁੰਦਾ। ਮਹਾਰਾਜ ਕਹਿੰਦੇ ਜਿੰਦਾ ਸ਼ਹੀਦ ਬਣ। ਔਰ ਲੋਕ ਕਹਿਣਗੇ ਫਿਰ ਹੁਣ ਇਸ ਤਰ੍ਹਾਂ ਦੀ ਜਦੋਂ ਕਥਾ ਚੱਲਦੀ, ਫਿਰ ਕਹਿੰਦੇ ਹੁਣ ਸਿੱਖੀ ਦੀ ਸਟੇਟਮੈਂਟ ਪਰਿਭਾਸ਼ਾ ਸੌਖੀ ਕਰੋ। ਅੱਜ ਇਹਦੇ ਤੇ ਜ਼ੋਰ ਦਿੱਤਾ ਜਾ ਰਿਹਾ ਤੇ ਸਾਡੇ ਵੱਲੋਂ ਪ੍ਰਚਾਰ ਅਸੀਂ ਤੇ ਫਿਰ ਲੋਕਾਂ ਨੂੰ ਕੁਛ ਕਰਨਾ ਹੀ ਹੈ ਵੀ ਸਿੱਖੀ ਨੂੰ ਬਿਲਕੁਲ ਲੋਕਾਂ ਅਨੁਸਾਰ ਕਰੋ। ਇਹ ਬੜੀ ਤਰਾਸਦੀ, ਬੜੀ ਹਾਸੋਹੀਣੀ ਗੱਲ ਹੈ ਕਿ ਡਾਕਟਰ ਨੇ ਦਵਾਈ ਦੇਣੀ ਹੈ, ਮਰੀਜ਼ ਨੂੰ ਪੁੱਛ ਕੇ ਦੇ ਵੀ ਕਿਹੜੀ ਦੇਣੀ ਹੈ। ਬਈ ਕਿਸੇ ਨੇ ਪੁਸਤਕ ਲਿਖਣੀ ਹੈ ਤੇ ਵਿਦਿਆਰਥੀਆਂ ਨੂੰ ਪੁੱਛ ਕੇ ਲਿਖੇ ਵੀ ਕਿਵੇਂ ਦੀ ਲਿਖਣੀ ਹੈ। ਉਹ ਵਿਦਿਆ ਕਿੱਥੇ ਲੈ ਕੇ ਜਾਏਗੀ ਜਿਹੜੀ ਵਿਦਿਆਰਥੀਆਂ ਨੇ ਤੇ ਅਜੇ ਪੁੱਛਣਾ ਹੈ, ਪੜ੍ਹਨਾ ਉਹਨੂੰ ਨਹੀਂ।
ठीक है, धर्म की व्याख्या समय ਦੀਆਂ ਰਵਾਇਤਾਂ ਦੇ ਨਾਲ ਤੁਲਨਾ ਦੇ ਕੇ ਕੀਤੀ ਜਾ ਸਕਦੀ ਹੈ, ਪਰ ਧਰਮ ਦਾ ਮੂਲ ਅਸੀਂ ਆਪਣੀ ਮਰਜ਼ੀ ਨਾਲ ਜਦੋਂ ਬਦਲਾਂਗੇ ਧਰਮ ਦੇ ਵਿੱਚੋਂ ਕੱਖ ਵੀ ਨਹੀਂ ਮਿਲਣਾ, ਐਵੇਂ ਟਾਈਮ ਖਰਾਬ ਕਰਨਾ। ਔਰ ਨਹੀਂ ਮਿਲ ਰਿਹਾ, ਅਸੀਂ ਕਰ ਰਹੇ ਹਾਂ ਕੰਮ। ਕਿਉਂ? ਅਰਥ ਆਪਣੇ ਅਨੁਸਾਰ ਢਾਲ ਰਹੇ ਹਾਂ। ਗੁਰਬਾਣੀ ਪ੍ਰਕਾਸ਼ ਮਹਾਰਾਜ ਦਾ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਆ ਰਿਹਾ ਹੈ। ਗੁਰੂ ਸਾਹਿਬ ਨੇ ਜਦੋਂ ਮਹਾਰਾਜ ਦਾ ਸੁਖਾਸਨ ਕੀਤਾ ਜਾਂ ਸੰਗਤ ਵਿੱਚ, ਉਹ ਥੱਲੇ ਕਿਉਂ ਬੈਠੇ? ਆਪਾਂ ਕਿਉਂ ਥੱਲੇ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਕੋਲ? ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿ ਜੋ ਇੱਥੇ ਕਿਹਾ ਹੋਇਆ ਹੈ ਤਾਂ ਪ੍ਰਕਾਸ਼ ਕੀਤਾ ਉੱਚੇ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਇਹ ਸੁਪਰੀਮ ਹੈ ਔਰ ਫਾਈਨਲ ਹੈ। ਇਹ ਹੁਣ ਬਦਲਿਆ ਨਹੀਂ ਜਾ ਸਕਦਾ। ਹੁਣ ਇੱਥੇ ਇੱਕ ਹੋਰ ਗੱਲ ਆਵੇਗੀ, ਫਿਰ ਇਹਨੂੰ ਕੌਣ ਦੱਸੇ ਵੀ ਇਹ ਬਾਣੀ ਕਿਵੇਂ ਕੀ ਗੱਲ ਕਹਿ ਰਹੀ? ਇਹ ਬੜਾ ਵੱਡਾ ਸਵਾਲ ਹੈ ਕਿ ਬਾਣੀ ਦੇ ਅਰਥ ਕਿਹੜੇ ਅਰਥ ਜਿਹੜੇ ਸਾਡੇ ਜੀਵਨ ਨੂੰ ਬਦਲ ਸਕਦੇ। ਉਹ ਮਹਾਰਾਜ ਦੀ ਮੈਂ ਪਹਿਲਾਂ ਵੀ ਤੁਕ ਪੜ੍ਹੀ ਹੈ ਵੀ ਇਹ ਵੱਡ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋ। ਇਹ ਤਰਾਸਦੀ ਹੋ ਗਈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇੱਕ ਸਕੂਲ ਦੀ ਵਿਦਿਆ ਵਾਂਗ ਲੋਕਾਂ ਵਿੱਚ ਪੇਸ਼ ਕਰ ਰਹੇ ਹਾਂ। ਇਹ ਕੋਈ ਸਕੂਲ ਦੀ ਵਿਦਿਆ ਨਹੀਂ ਹੈ। ਗੁਰਬਾਣੀ ਕੋਈ ਸਮਾਜਵਾਦ ਨਹੀਂ ਹੈ। ਠੀਕ ਹੈ, ਚੰਗੇ ਸਮਾਜ ਦੀ ਗੁਰੂ ਸਾਹਿਬ ਗੱਲ ਕਰਦੇ ਨੇ, ਪਰ ਬਹੁਤ ਪਰਸੈਂਟੇਜ ਵਿੱਚ ਘੱਟ ਕਰਦੇ ਨੇ। ਜ਼ਿਆਦੀ ਗੱਲ ਨਾਮ ਦੀ ਹੁੰਦੀ ਹੈ ਕਿ ਜਿਹੜਾ ਮਨੁੱਖ ਦੀ ਮੂਲ ਸਮੱਸਿਆ ਕਿਹੜੀ ਹੈ। ਹੁਣ ਬੜੇ ਧਰਮ ਨੇ, ਬੜੇ ਹੁਣ ਪੰਜਾਬ ਦੇ ਵਿੱਚ ਚੱਲੇ ਧਰਮ ਚੱਲੇ ਨੇ, ਵੱਡੇ ਵੱਡੇ ਬੋਰਡ ਲੱਗੇ ਹੋਏ ਨੇ। ਕਿੱਥੋਂ ਪੈਸਾ ਆ ਰਿਹਾ ਤੇ ਤੁਸੀਂ ਜਾਣ ਸਕਦੇ ਹੋ ਵੀ ਇੰਨੀ ਮਾਇਆ ਹੁਣ ਇੱਕ ਬੰਦਾ ਤੇ ਕੋਈ ਪ੍ਰਬੰਧ ਨਹੀਂ ਕਰ ਸਕਦਾ। ਵੱਡੇ ਵੱਡੇ ਬੋਰਡ ਲੱਗੇ ਹੋਏ ਨੇ, ਛੁਟਕਾਰਾ ਸਭਾ, ਇਹ ਸਭਾ ਦੇ ਵਿੱਚ ਤੁਸੀਂ ਮੁਕਤ ਹੋ ਜਾਣਾ, ਮਤਲਬ ਇੱਕੋ ਦਿਨ ਦੀ ਸਭਾ ਦੇ ਵਿੱਚ ਸਾਰੇ ਬੰਦੇ ਮੁਕਤ ਹੋ ਜਾਣ। ਤੁਸੀਂ ਕਿਤੇ ਧਰਮ ਦੇ ਵਿੱਚ ਪੜ੍ਹਿਆ ਵੀ ਇੱਕ ਦਿਨ ਵਿੱਚ ਕੋਈ ਬੰਦਾ ਮੁਕਤ ਹੁੰਦਾ ਹੋਵੇ? ਕਿੰਨੇ ਚਿਰ ਵਿੱਚ ਹੁੰਦਾ ਹੋਵੇ? ਹਾਂ, ਇਹ ਠੀਕ ਹੈ, ਖਾਣ ਪੀਣ ਦੀਆਂ ਮੌਜਾਂ ਮਸਤੀਆਂ ਹੋ ਸਕਦੀਆਂ ਨੇ, ਹੋਰ ਨੱਚ ਟੱਪ, ਕੋਈ ਇੱਧਰ ਡਿੱਗ ਪਿਆ, ਕੋਈ ਉੱਧਰ ਡਿੱਗ ਪਿਆ, ਰੌਲਾ। ਇਹਨਾਂ ਲੋਕਾਂ ਨੂੰ, ਇਹਨਾਂ ਚੀਜ਼ਾਂ ਨੂੰ ਲੋਕ ਜ਼ਿਆਦਾ ਤਰਜੀਹ ਦਿੰਦੇ ਨੇ। ਇਹ ਸੱਚਾਈ ਵੀ ਹੈ। ਮਹਾਰਾਜ ਤਾਂ ਹੀ ਬਾਣੀ ਵਿੱਚ ਕਹੇ ਵੀ ਕੀ ਹੋ ਰਿਹਾ ਧਰਮ ਦੇ ਨਾਂ ਤੇ। ਵਾਇਣ ਚੇਲੇ ਨੱਚਣ ਗੁਰ ਪੈਰ ਹਿਲਾਇਣ ਫੇਰਨ ਸਿਰ ਉੱਡ ਉੱਡ ਰਾਵਾ ਝੱਟ ਪਾਏ ਵੇਖੈ ਲੋਕ ਅਸੈ ਕਰ ਜਾਏ। ਸਰੀਰ ਦੇ ਤਲ ਤੇ ਹੈ ਔਰ ਮਨ ਮੰਨ ਜਾਂਦਾ ਹੈ। ਮਨ ਦੀ ਬੜੀ ਹੈਰਾਨ ਭਰੀ ਗੱਲ ਹੈ। ਜਦੋਂ ਇੰਨੇ ਲੋਕ, 1000 ਲੋਕ ਠੀਕ ਹੋ ਰਹੇ ਨੇ ਤੇ ਫਿਰ ਮੈਂ ਵੀ ਹੋ ਜਾਵਾਂਗਾ ਜ਼ਰੂਰ। 1000 ਲੋਕ ਠੀਕ ਹੋ ਰਹੇ ਨੇ, ਮੈਂ ਵੀ ਹੋ ਜਾਵਾਂਗਾ। ਗੱਲ ਤਾਂ ਵੈਸੇ ਸਿੱਧੀ ਜੀ ਪਰ ਸਮਝ ਆਉਣ ਵਾਲੀ ਹੈ। ਮੈਂ ਕੱਲ ਹੀ ਸੁਣ ਰਿਹਾ ਸੀ ਕਿਸੇ ਥਾਂ ਤੇ ਬੈਠ ਕੇ, ਬੰਦੇ ਨੂੰ ਸਰੀਰ ਦੇ ਵਿੱਚ ਪੱਥਰੀ ਹੋ ਜਾਂਦੀ ਹੈ। ਉਹ ਇੱਥੇ ਇੱਕ ਬੰਦਾ ਸੀ ਕੋਈ ਯੂਪੀ ਦੇ ਕੋਲ, ਕਿਤੇ ਆਗਰੇ ਦੇ ਵਿੱਚ, ਕਿਤੇ ਹੋਰ। ਉਹ ਕੀ ਕਰਦਾ ਸੀ, ਉਹ ਕਹਿੰਦੇ ਕੋਈ ਮਾਈ ਸੀ ਜਾਂ ਕੋਈ ਵੀ ਸੀ, ਗੱਲ ਸਮਝ ਨਹੀਂ ਆਪਾਂ ਕਿਵੇਂ ਮਨ ਕਾਰਵਾਈਆਂ ਕਰਦਾ। ਅਚੇਤਨ ਜੋ ਚੀਜ਼ ਫੜ ਲੈਂਦਾ ਉਹ ਹੋਣ ਲੱਗ ਪੈਂਦੀ, ਲੱਗਣ ਲੱਗ ਪੈਂਦੀ ਉਸ ਤਰ੍ਹਾਂ। ਉਹ ਮਾਈ ਬੜੀ ਮਸ਼ਹੂਰ ਹੋ ਗਈ ਸੀ, ਲੋਕ ਗੱਡੀਆਂ ਭਰ ਭਰ ਕੇ ਜਾਂਦੇ ਨੇ। ਕੀ ਕਰਦੀ ਹੈ ਉਹ? ਜਿੱਥੇ ਪੱਥਰੀ ਉੱਥੇ ਮੂੰਹ ਲਾ ਕੇ ਪਿਛਾਂ ਨੂੰ ਸੂਟਾ ਮਾਰਦੀ, ਖਿੱਚਦੀ ਤੇ ਪੱਥਰੀ ਬਾਹਰ ਆ ਜਾਂਦੀ ਉਹਦੇ ਮੂੰਹ ਵਿੱਚ, ਤੇ ਉਹ ਮੂੰਹ ਚੋਂ ਕੱਢ ਕੇ ਵਿਖਾ ਦਿੰਦੀ ਹੈ। ਬੜੇ ਲੋਕ ਗਏ, ਉਹਨੂੰ ਪਤਾ ਲੱਗ ਗਿਆ ਵੀ ਪੱਥਰੀ ਉਹ ਪਹਿਲਾਂ ਪਾ ਲੈਂਦੀ ਸੀ ਮੂੰਹ ਦੇ ਵਿੱਚ ਤੇ ਬਾਅਦ ਵਿੱਚ ਉਹ ਸੂਟਾ ਮਾਰਦੀ ਸੀ ਤੇ ਉਹ ਪੱਥਰੀ ਜਿਹੜੀ ਪਹਿਲਾਂ ਪਾਈ ਸੀ ਕੱਢ ਕੇ ਵਿਖਾ ਦਿੰਦੀ ਸੀ। ਔਰ ਉਹ ਬੰਦਾ ਆ ਕੇ ਮਹੀਨਾ, 10 ਦਿਨ, 2 ਮਹੀਨੇ ਮਹਿਸੂਸ ਕਰਦਾ ਸੀ ਕਿ ਮੈਂ ਠੀਕ ਹੋ ਗਿਆ, ਪੱਥਰੀ ਨਿਕਲ ਗਈ ਮੇਰੀ। ਇਹਦਾ ਕਾਰਨ ਕੀ ਹੈ? ਮਨੁੱਖ ਦੇ ਮਨ ਦੀਆਂ ਸ਼ਕਤੀਆਂ ਬੜੀਆਂ ਅਸੀਮ ਨੇ। ਇਹਨੂੰ ਹੀ, ਇਸ ਚੀਜ਼ ਨੂੰ ਜੇ ਪੂਰੀ ਤਰ੍ਹਾਂ ਜਗਾ ਲਿਆ ਜਾਏ ਗੁਰੂ ਦੇ ਹੁਕਮ ਦੇ ਅਨੁਸਾਰ, ਇਹ ਤੇ ਪਖੰਡ ਹੋਇਆ ਨਾ।
ये तो छोटे पद्धर की गल हुई। जदों वड्डे पद्धर ते गल जाएगी तो ये चीज़ गुरु गोबिंद सिंह जी ने इस चीज़ को धर्म के उच्चे तल पर वरत्या है कि 1.25 लाख नाल तुसीं लड़ सकते हो, अचेतन विच पा दिता। अज तक सिख कहते मैं 1.25 लाख नाल लड़ सकता। बुद्धि के तल पर तुसीं बंदे नूं पुछो, कहेगा भी बंदा ठीक नहीं है। 1.25 लाख बंदे नाल किवें हो सकता है कल्ला जना? पर हो सकता है जिदन बंदे का मन साबित हो के कोई काम करन तुरे, कोई कारण नहीं वो काम अड़ जाए, वो होएगा ही काम। हाँ इत्थे ध्यान रखना होंबे ना आ जाए, गुरु नाल चाहिए। कईयां ने इत्थे टपला खा गए कि मैं मनुख सब कुछ कर सकता है, पर गुरु नाल होना चाहिए। होमे आ गई तो फिर डिगेगा। तो वो जिहड़ी गल है साध संगत जी, जदों मन पूरा मन जाता है उदों ये चीज़ां वरतन लग पैंदियां, सानू लगन लग पैंदा कि इस तरह हो जाता है। तो जदों इस तरह गुरु के हुक्म दे विच सिख नाम का अभ्यास करता है, सिमरन करता है प्यार दे नाल ते कन्नां नाल प्यार नाल सुनदा है, ਉਹਦੇ अंदर नाम जाता है। तो महाराज कहते किरपा करे गुर पाईए, तो वह गुरु के निर्गुण स्वरूप को प्राप्त कर लेंदा जो अंदर बैठा होया गुरु। गुरु ग्रंथ साहिब जी इत्थे ने पहला प्रकाश ते फिर दूजा प्रकाश ते फिर गुरतक दी। पहला प्रकाश मतलब पहला प्रकाश गुरु ग्रंथ साहिब पातशाह जी। संपूर्णता दिवस का मतलब जीवन संपूर्ण सिख का हो गया करके कमाई बाणी की। ते गुरता गद्दी का अर्थ हुण सिख नूं गुरु ने अपने गोद विच बिठा लिया, अपने बराबर का कर लिया है। किवें जप के होया 2-4 मिनट वास्ते जप के फिर अर्थ करिए। वाहिगुरु 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 वाहिगुरु। जपो सारे वाहिगुरु। वाहिगुरु 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 वाहिगुरु। किरपा करे गुर पाईए। जदों गुरु की कृपा होंदी गुरु ग्रंथ साहिब 10 पातशाहियां दी, तां सिख गुर नूं प्राप्त करता। गुर इत्थे शब्द है गुर। गुर का मतलब हुंदा है गुरु का निर्गुण स्वरूप। एक वचन है गुर जिहड़ा वो इक्को ही है, वो इक्का बाणी एक गुर इक्को शब्द विचार है। वो जिहड़ी है वो जोत है। जिथे गुर है वो जोत का लखायक है कि सिख अपने अंदर गुरु नूं महसूस कर लग पैंदा है कि सोई फिर कह तू हुआ जा को कहता। और हुण गुरु सिख दे नाल रहन लग पैंदा। गुर मेरे संग सदा है नाल। हुण सिर्फ इत्थे गुरुद्वारा साहिब विच नहीं रहिंदे, गुरु साहिब नाल जा रहे ने, नाल लहरां उठ रही ने अंदर गुरु के प्यार दी, शब्द दियां तरंगां उठ रही ने अंदर। काम भी करता है, रोटी भी खाता, जो करता नाल महसूस होंदा कि निर्गुण रूप दे विच गुरु ग्रंथ साहिब 10 पातशाह मेरे नाल ने, शहीदी फौजा मेरे नाल। वो सदा अंग संगे अपंगंग बेबूते। जिस शक्ति नूं तोड़िया नहीं जा सकता वो मेरे नाल है। तो किरपा करे तां अवस्था बनती है। गुर पाईए फिर कहंदे हर नामो दे दिरड़ाए। हर नामो, हर नाम द्वारा,
उस नाम दे निर्गुण स्वरूप तत्त नूं जिन्हों किया किणका एक जिस जी बसावै तां की महिमा गणी ना आवे। जदों सिख वाहिगुरू दा हरि दा हरे भरे करन वाले दा हर थां ते मौजूद वाहिगुरू दा जाप करदा तां उस वेले हर नामों दे दृढ़ाए गुरु उस नूं दृढ़ाए दा मतलब हुंदा है किसी चीज नूं 100% विश्वास करके अपने कोल फड़ लेना, चंगी तरह छड़ना नहीं। निरंतर ये नहीं कि शब्द इन्ना चिर सी घंटा लगातार पकड़ के राम नाम उर मैं कहो जां कै सम नहीं कोई पकड़ के रखदा है, शब्द नूं पकड़ी रखदा है सुर दे विच। ਉਹਦਾ ਅਭਿਆਸ बोल के कदी चुप करके कदी बोल के कदी चुप करके चलता रहिंदा है। हौली हौली शब्द अपना घर बना लैंदा सिख दे हिरदे विच ते गुरु ग्रंथ साहिब ਉਹਦੇ जीवन दे विच प्रगट हो जाते। हर नामो दे दृढ़ाए बिन गुर किनै ना पायो। गुर फिर एक वचन है, गुरु दे उपदेश तो बिना, गुरु की गल मनण तो बिना, जो गुरु साहब ने कहा उहदे ते भरोसा संपूर्ण करन तो बिना, गुरु तो बिना किना ना पायो। अज तक किसी ने परमात्मा की प्राप्ति नहीं की जिन्ना चिर उहदा मन पूरी तरह परमात्मा तक जाण नूं तैयार नहीं हुंदा तां फिर की हुंदा, समा किवें गुजर जांदा है। इस तरह दुबदा दे विच बिरथा जन्म गवाए, बिरथा मैंने व्यर्थ आ जन्म एवें चला गया, बड़ा कीमती सी, बहुत ही कीमती जन्म सी, एवें ही गवाच गया। मन मुख कर्म कमावणे दरगह मिलै सजाए। हुण जिहड़ा काम करन लई भेजिया सी वाहिगुरू ने, वो तां कीता नहीं। शरीर मिलिया सी नाम जपण वास्ते, इत्थे होर ही धूड़ा उड़ाउंदा फिरिया, नाम है नहीं। तो दूजियां जूना तो ठीक ने, जो जिहदे वास्ते बनाईयां सन परमेश्वर ने, वो कर रही ने। दुध मज्जां गावां दुध देण लई बनाईयां सन, वो दे रही ने। मनुख नाम जपण लई बनाया सी, ये नहीं कर रहा। बस ये जीवन खराब कर रहा अपना सारा। जदों काम नहीं करता ते होर कर्म करी जांदा, मनमुख मन दे पिछे लग के होर कर्म करी जांदा है, ਤਾਂ ਉਹਨੂੰ ਦਰਗਾਹ ਦੇ ਵਿੱਚ ਵਾਹਿਗੁਰੂ ਦੇ ਘਰ ਦੇ ਵਿੱਚ ਸਜ਼ਾ ਮਿਲਦੀ ਹੈ। ਉਹਨੂੰ ਦੁਰਕਾਰਿਆ ਜਾਂਦਾ ਵੀ ਤੂੰ ਜਿਸ ਕੰਮ ਲਈ ਭੇਜਿਆ ਗਿਆ ਸੀ ਉਹ ਕੀਤਾ ਨਹੀਂ, ਤੇ ਉਹ ਕੰਮ ਕਿਵੇਂ ਹੋਏਗਾ ਜਿਹੜਾ ਧੁਰਾ ਹੈ ਸ਼ਬਦ ਦਾ। ਮਨ ਰੇ ਦੂਜਾ ਭਾਉ ਚੁਕਾਏ, ਇਹ ਗੁਰੂ ਕੇ ਸਿਖਾ, ਇਹ ਕੰਮ ਤਾਂ ਹੋ ਸਕਣਾ ਜੇ ਮਨ ਦੇ ਵਿੱਚੋਂ ਦਵੈਤ ਭਾਵਨਾ ਨੂੰ ਦੂਰ ਕਰੇਗਾ, ਇੱਕ ਮਨ ਹੋ ਕੇ ਜਿੱਦਾਂ ਤੁਰੇਗਾ। जो एक मन एक चित आराध दे से विरले थोड़े, मन अगे पिछे हुंदा है। एक मैं विचार तुहाडे नाल रखी सी भी हिरदा कित्थे है। हुण विचार इस तरह की चीज है, ध्यान कई पासे हुंदा भी शब्द भी पूरा करना है ते टाइम दे विच रह के करना। वो आपां कल गुरु साहब किरपा करन विचार करांगे भी हिरदा की चीज है, कित्थे है, शब्द हिरदे विच किवें बसदा। इत्थे गुरु साहब कह रहे हैं कि जो द्वैत है मन दी, जो दुबदा है वो भावना, द्वैत दुबदा नूं दूर कर। अंतर तेरे हर वसै गुर सेवा सुख पाए। ਉਹਦੇ ਨਾਲ ਕੀ ਹੋਵੇਗਾ, ਜਿੱਦਣ द्वैत मिल गई मन दे सुराख खत्म हो गया, मन का खिंडाव खत्म हो गया। उस दिन अकाल पुरख अंदर लगातार वासा करना शुरू कर देगा। एक हुंदा है आउणा ते चले जाना 2 दिनां लई 4 दिनां लई, एक हुंदा लगातार रहना। वसण का मतलब है अंतर तेरा हर वसै, लगातार रहिंदा 24 घंटे, लगातारता बन गई। गुर सेवा सुख पाए, और वो गुरु की सेवा करके, गुरु के हुक्म का सेवन करके जीवन दे विच गुरु की सेवा, गुरसिखां की सेवा करके वो जीवन सफल कर लैंदा है रहाओ।
सच बाणी सच शब्द है, ਜਾਂ सच धरे प्यार। जे सच्चे नाम दे विच सुरत जोड़ के गुरु का सिख नाम जपे ते ओदी बाणी दे विचों सच प्रगट होण लग पैंदा। ਉਹਦੇ ਬੋਲਾਂ ਦੇ ਨਾਲ ਲੋਕਾਂ ਦੇ ਜੀਵਨ ਬਦਲਣ ਲੱਗ ਪੈਂਦੇ ਆ। ਜੇ ਸੱਚ ਨੂੰ ਪਿਆਰ ਕਰਦਾ ਨਾ, ਇੱਕ ਹੁੰਦਾ ਵੀ ਪੜ੍ਹਨਾ ਸੁਣਨਾ ਸਮਝਣਾ, ਉਹ ਆਪਾਂ ਗੱਲ ਕਰ ਚੁੱਕੇ ਪਹਿਲਾਂ। ਇੱਕ ਹੁੰਦਾ ਪਿਆਰ ਕਰਨਾ। ਜਦੋਂ ਸੱਚ ਨੂੰ ਸੱਚੇ ਨਾਮ ਨੂੰ ਯਾਨੀ ਕਿ ਗੁਰੂ ਕੀ ਬਾਣੀ ਗੁਰੂ ਕੇ ਸ਼ਬਦ ਨੂੰ ਗੁਰੂ का ਸਿੱਖ ਪਿਆਰ ਕਰਦਾ ਤਾਂ ਉਹਦੀ ਬਾਣੀ ਦੇ ਵਿੱਚ ਸੱਚ ਪ੍ਰਗਟ ਹੋਣ ਲੱਗ ਪੈਂਦਾ ਹੈ। ਸੱਚ ਬਾਣੀ ਸੱਚ ਸ਼ਬਦ ਹੈ ਤੇ ਸੱਚਾ ਸ਼ਬਦ ਉਹਦੇ ਅੰਦਰ ਜੋ ਗੁਪਤ ਸੀ, ਜੋ ਗੁਪਤ ਨਾਮ ਪਰ ਗਾਂਝਾ ਮਹਾਰਾਜ ਕਹਿੰਦੇ ਹਨ, ਉਹ ਪ੍ਰਗਟ ਹੋ ਜਾਂਦੀ ਹੈ ਜੋਤ ਉਹਦੇ ਅੰਦਰ। ਹਰ ਕਾ ਨਾਮ ਮਨ ਵਸੈ, ਹਉ ਮੈਂ ਕ੍ਰੋਧ ਨਿਵਾਰ। ਇਹ ਨਾਮ ਦੇ ਵਸਣ ਦੀ ਨਿਸ਼ਾਨੀ ਹੈ ਕਿ ਉਹਦੇ ਜੀਵਨ ਦੇ ਵਿੱਚੋਂ ਹਉਮੈ ਤੇ ਕ੍ਰੋਧ ਨਿਵਾਰ ਦਿੰਦਾ ਹੈ। ਨਾਮ ਜਿਹੜਾ ਦੂਰ ਕਰ ਦਿੰਦਾ ਹੈ। ਹਉਮੈ ਤੇ ਕ੍ਰੋਧ ਦੋਵੇਂ ਜੀਵਨ ਨੂੰ ਬੜਾ ਦੁਖੀ ਕਰਦੇ ਹਨ, ਸਾੜਦੇ ਹਨ। ਨਾਮ ਦੀ ਬਰਕਤ ਐਸੀ ਹੈ ਕਿ ਇਹਨਾਂ ਦੋਹਾਂ ਨੂੰ ਦੂਰ ਕਰ ਦਿੰਦਾ ਹੈ। ਫਿਰ ਕੀ ਹੁੰਦਾ ਅੱਗੇ? ਮਨ ਨਿਰਮਲ ਨਾਮ ਧਿਆਈਐ, ਤਾਂ ਪਾਏ ਮੋਖ ਦੁਆਰ। ਉਸ ਮਨ ਦੇ ਨਾਲ ਜੋ ਹੁਣ ਨਿਰਮਲ ਹੋ ਗਿਆ। ਬੰਦਗੀ ਦੋ ਤਰ੍ਹਾਂ ਦੀ ਹੈ। ਇੱਕ ਉਦੋਂ ਕੀਤੀ ਜਾਂਦੀ ਜਦੋਂ ਮਨ ਵਿੱਚ ਮੈਲ ਹੁੰਦੀ ਹੈ, ਜੇ ਉਦੋਂ ਮੈਲ ਕੱਟਦਾ ਨਾਮ ਜਿਹੜਾ। ਇੱਕ ਬੰਦਗੀ ਜਿਹੜੀ ਥਾਂ ਪੈਂਦੀ ਹੈ ਉਹ ਉਦੋਂ ਹੁੰਦੀ ਜਦੋਂ ਮਨ ਸਾਫ਼ ਹੋ ਜਾਂਦਾ, ਤੇ ਫਿਰ ਸਾਫ਼ ਹੋਇਆ ਮਨ ਬੰਦਗੀ ਕਰਦਾ, ਉਹ ਵੀ ਬੰਦਗੀ ਹੈ। ਉਹਦੇ ਵਿੱਚ ਫਿਰ ਕਲਾ ਵਰਤਦੀਆਂ ਹਨ ਬਹੁਤੀਆਂ ਜ਼ਿਆਦੀਆਂ ਜਿਹੜੀਆਂ। ਇਸ ਲਈ ਦੋਵੇਂ ਅਵਸਥਾ ਦੇ ਵਿੱਚ ਹੀ ਨਾਮ ਜਪਦਾ ਸਿੱਖ। ਮਨ ਨਿਰਮਲ ਨਾਮ ਧਿਆਈਏ। ਹੁਣ ਮਨ ਨਿਰਮਲ ਹੋ ਗਿਆ ਤੇ ਉਹਦੇ ਨਾਲ ਜਦੋਂ ਨਾਮ ਧਿਆਇਆ ਜਾਂਦਾ ਤਾਂ ਮੋਖ ਦੁਆਰ, ਮੋਖ ਮੈਨੇ ਮੋਕਸ਼ ਯਾਨੀ ਕਿ ਬੰਧਨਾਂ ਦਾ ਕੱਟਿਆ ਜਾਣਾ। ਮੋਖ ਮੈਨੇ ਮੋਹ ਮੈਨੇ ਮੋਹ, ਖੈ ਮੈਨੇ ਖੈ ਹੋ ਜਾਣਾ, ਨਾਸ਼ ਹੋ ਜਾਣਾ, ਮੋਹ ਦਾ ਨਾਸ਼ ਹੋ ਜਾਣਾ। ਅਟੈਚਮੈਂਟ ਜਿਹੜੀ ਹੈ ਪਦਾਰਥਾਂ ਦੀ ਉਹਦੀ ਖਤਮ ਹੋ ਜਾਂਦੀ ਹੈ। ਹਉਮੈ ਵਿੱਚ ਜਗ ਬਿਨਸਦਾ, ਮਰ ਜੰਮੈ ਆਵੈ ਜਾਏ। ਇਹ ਸਾਰਾ ਸੰਸਾਰ ਕਾਹਦੇ ਕਿਸ ਕਰਕੇ ਜਨਮ ਮਰਨ ਦੇ ਗੇੜ ਵਿੱਚ ਮਨੁੱਖ ਪਿਆ ਹੋਇਆ? ਇਹਦੇ ਪਿੱਛੇ ਹਉਮੈ ਕੰਮ ਕਰਦੀ ਹੈ। ਹਉਮੈ ਤੋਂ ਅੱਗੇ ਉਹ ਸਾਰੀਆਂ ਚੀਜ਼ਾਂ ਇਹਨੂੰ ਜਨਮ ਮਰਨ ਦੇ ਚੱਕਰ ਵਿੱਚ ਪਾਉਂਦੀਆਂ ਹਨ। ਔਰ ਇਹ ਜੰਮਦਾ ਰਹਿੰਦਾ ਹੈ ਤੇ ਮਰਦਾ ਰਹਿੰਦਾ ਹੈ, ਵਾਰ-ਵਾਰ ਭਟਕਦਾ ਰਹਿੰਦਾ ਹੈ। ਮਨ ਮੁਖ ਸ਼ਬਦ ਨਾ ਜਾਣਨੀ, ਜਾਸਨ ਪਤ ਗਵਾਏ। ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਹ ਸ਼ਬਦ ਦੀ ਹੋਂਦ ਨੂੰ ਪਹਿਚਾਣਦੇ ਨਹੀਂ। ਸ਼ਬਦ ਕੀ ਹੈ? ਇੱਕ ਸ਼ਬਦ ਸਰਗੁਣ ਸਰੂਪ ਦੇ ਵਿੱਚ ਬਾਹਰੀ ਤੌਰ ਤੇ ਗੁਰਬਾਣੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਇੱਕ ਨਿਰਗੁਣ ਸਰੂਪ ਦੇ ਵਿੱਚ ਸਾਡੇ ਸੁਭਾਅ ਵਿੱਚ ਵਸਦਾ, ਜਦੋਂ ਫਿਰ ਹਿਰਦੇ ਵਿੱਚ ਵਸਦਾ, ਫਿਰ ਆਤਮਾ ਦੇ ਤਲ ਤੇ ਵਸਦਾ। ਅਲੱਗ-ਅਲੱਗ ਲੇਵਲ ਨੇ, ਅਲੱਗ-ਅਲੱਗ ਅਵਸਥਾਵਾਂ ਨੇ। ਜਿਹੜੇ ਇਹਨਾਂ ਗੱਲਾਂ ਇਹਨਾਂ ਚੀਜ਼ਾਂ ਨੂੰ ਨਹੀਂ ਕਮਾਉਂਦੇ ਉਹ ਆਪਣੀ ਇੱਜ਼ਤ ਗਵਾ ਕੇ ਮਹਾਰਾਜ ਕਹਿੰਦੇ ਜਾਂਦੇ ਹਨ। ਗੁਰ ਸੇਵਾ ਨਾਹੂ ਪਾਈਐ, ਸੱਚੇ ਰਹਿ ਸਮਾਏ। ਗੁਰੂ ਦੀ ਸੇਵਾ ਕਰਨ ਕਰਕੇ ਨਾਉ ਦੀ ਪ੍ਰਾਪਤੀ ਹੁੰਦੀ। ਕਿਤੇ ਕਿਤੇ ਸ਼ਬਦ ਮਹਾਰਾਜ ਨੇ ਨਾਉ ਵਰਤਿਆ। ਨਾਉ ਦਾ ਮਤਲਬ ਹੈ ਨਾਮ ਜਦੋਂ ਅਰੂਪ ਹੋ ਜਾਂਦਾ ਹੈ, ਸਾਡੇ ਅੰਦਰ ਵਸ ਜਾਂਦਾ ਹੈ। ਇੱਕ ਰੂਪਮਾਨ ਨਾਮ ਹੈ, ਤੁਸੀਂ ਦੀਵਾਰ ਤੇ ਲਿਖ ਸਕਦੇ ਹੋ, ਕਿਤੇ ਤੁਸੀਂ ਸ਼ਬਦ ਲਿਖ ਸਕਦੇ ਹੋ, ਉਹ ਨਾਉ ਹੈ। ਤੇ ਸੱਚੇ ਵਾਹਿਗੁਰੂ ਦੇ ਅੰਦਰ ਉਸ ਗੁਰਮੁਖ ਦੀ ਸੁਰਤੀ ਸਮਾਈ ਰਹਿੰਦੀ ਹੈ। ਮਹਾਰਾਜ ਅੱਗੇ ਉਪਦੇਸ਼ ਕਰਦੇ ਕਹਿੰਦੇ, ਸ਼ਬਦ ਮੰਨਿਆ ਗੁਰ ਪਾਈਐ, ਵਿੱਚੋਂ ਆਪ ਗਵਾਏ। ਜੇ ਕਿਤੇ ਕਿਰਪਾ ਹੋ ਜਾਏ ਗੁਰੂ ਦੇ ਸ਼ਬਦ ਨੂੰ ਮੰਨਨ ਕਰ ਲਈਏ, ਮਨੌਤ ਵਿੱਚ ਲੈ ਆਈਏ ਪੱਕੇ ਤੌਰ ਤੇ। ਮਹਾਰਾਜ ਵਾਰ-ਵਾਰ ਮੰਨਣ ਦੀ ਗੱਲ ਕਰਦੇ ਨੇ। ਮੰਨਣ ਦਾ ਮਤਲਬ ਹੈ ਸੁਚੇਤਨ ਮਨ ਵਿੱਚ ਵੀ ਮੰਨ ਲੈਣਾ ਤੇ ਅਚੇਤਨ ਵਿੱਚ ਵੀ ਮੰਨ ਲੈਣਾ। ਅਚੇਤਨ ਦੇ ਵਿੱਚ ਮਨ ਦੇ ਡੂੰਘੇ ਥਾਂ ਤੇ ਗੁਰੂ ਦੀ ਗੱਲ ਨੂੰ ਸੱਚ ਜਾਣਨਾ। ਬਾਕੀ ਗੱਲਾਂ ਸੁਣਨੀਆਂ ਜ਼ਰੂਰ, ਪਰ ਕਹਿਣਾ ਵੀ ਇਹ ਸਾਰਾ ਫੋਕ ਹੀ ਹੈ, ਸਾਰਾ ਤੂੜੀ ਹੈ ਸਾਡੀ।
गल गुरु दी सच नूं पता है, जो महाराज की बाणी ने उपदेश दिता है, यही एक भजन राम को सही, वही चीज़ सही है। बाकी चीज़ां इत्थे जीवन नूं अगे तोड़न वास्ते हैं, सिर्फ अगे लैके जाण हैं, शरीर की उम्र अगे वधा रही हैं चीज़ां जिहड़ियां। तां शब्द मन्निया गुर पाईए, वो अंतरीब जिहड़ा निर्गुण स्वरूप है शब्द का, गुर शब्द का अर्थ नियम भी है, ਉਹਦੀ प्राप्ति करता, हुक्म रूपी गुरु स्वरूप ਨੂੰ प्राप्त कर लेंदा है, और विचों जिहड़ी हौमा है उसनूं गवा दिंदा है। अन दिन भगत करे सदा साचे की लिव लाए, अन दिन भगत करे सदा, सदा लगातार, ये गल सदा जिहड़ी बहुत वारी गुरु ग्रंथ साहिब पातशाह विच आई, चीज़ वही असर करेगी जीवन ते जो साडे मन में सदा चलती है। जो घंटा चलती है या 2 चलती है अपना असर जरूर करेगी, पर पूरा जीवन नूं पकड़ेगी नहीं। हो हुण 22 घंटे तो संसार चलता अंदर, तो जे 1 घंटा बाणी भी चल गई तो फिर उधर 23 घंटे ने, इधर 1 घंटा रह गया, किवें काम चलेगा? नहीं, लगातारता चाहिए, कंटीन्यूटी की लोड़ है। तो इत्थे कहंदे सदा, अन दिन भगत करे सदा साचे की लिव लाए, लिव ला के करे, लिव मतलब अडोलता दे नाल, बेपरवाह हो के, बेखौफ हो के, इस तरह लिव ला के जिन्हां ने भगती की है उन्होंने प्राप्ति की हुई है। महाराज कहते नाम पदारथ मन वसिया, नानक सहज समाए, उन्हों दे मन दे विच इत्थे नाम नूं गुरु साहब ने पदार्थ किया है। पदार्थ तां किया है भी नाम दी एक बकायदा होंद है, ना कि नाम एक सिर्फ विचारधारा का नाम है। पदार्थ शब्द तां वरत्या है कि वो एक होंद वाली वस्तु है, वो एक किणका है, वो एक नूर है, वो एक प्यार है, वो एक जज्बा है, वो एक जज्बात है। नाम जिहड़ा है वो कोई कलियां विचारा नहीं हैं, वो कोई कलियां गल्लां नहीं हैं। वो जिहड़ा नाम है वो पदार्थ है। नाम पदार्थ मन वसिया, जिन्हां गुरमुखां दे मन विच नाम पदार्थ सदा वास्ते ठिकाना कर लेंदा, नानक सहज समाए, वो जिहड़े गुरमुख ने वो सहज अवस्था दे विच समा जांदे, यानी कि अकाल पुरख दा रूप हो जांदे, अपने असली मूल रूप विच आ जांदे हन। जो साडा शुद्ध स्वरूप है, आत्म स्वरूप है, ਉਹਦੇ ਵਿੱਚ महाराज पातशाह जी कहते वो गुरु के सिख पहुँच जाते हैं। तो ये विचार सतगुरां ने बख्शिश की, गुरु अमरदास पातशाह जी ने, सतगुरु कृपा करने विचार जिहड़ी भाव जिहड़ियां गल्लां हन गुरु दीयां साडे मन विच वसन। सो 2 दिन होर आप जी के चरणों में सेवा है। गुरु ग्रंथ साहिब पातशाह जी का पहला प्रकाश है परसों, ਉਹਦੇ संबंध में होर थावां ते भी दीवान हैं। तो जिथे जिथे समा मिले महाराज कृपा करना अपनी सेवा करवाउण। भुल्लां चुकां दी खिमा, सारियां दा बहुत बहुत धन्नवाद। प्यार सहित फतेह बुलाओ जी। वाहिगुरू जी का खालसा, वाहिगुरू जी की फतेह। Hey, have you done the digit? मेहमान साधु संग की